ਪਿਆਰੇ ਵਿਦਿਆਰਥੀਓ, ਆਓ ਅੱਜ ਅਸੀਂ ਪੜ੍ਹਦੇ ਹਾਂ 10th ਕਲਾਸ ਦਾ ਚੈਪਟਰ ਅਨੁਵੰਸ਼ਿਕਤਾ ਅਤੇ ਵਿਕਾਸ ਯਾਨੀ ਕਿ ਹੈਰੀਡਿਟੀ ਐਂਡ ਐਵੋਲਿਊਸ਼ਨ। ਅਤੇ ਅੱਜ ਅਸੀਂ ਇਸ ਦੇ ਪਹਿਲੇ ਭਾਗ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੇ ਭਾਗ ਵਿੱਚ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਨੁਵੰਸ਼ਿਕਤਾ ਦਾ ਕੀ ਮਤਲਬ ਹੈ। ਨਾਲ ਹੀ ਅਸੀਂ ਚਰਚਾ ਕਰਾਂਗੇ ਗੁਣਾਂ ਦੇ ਬਾਰੇ ਅਤੇ ਉਹਨਾਂ ਦੀਆਂ ਕਿਸਮਾਂ ਦੇ ਬਾਰੇ ਉਦਾਹਰਨਾਂ ਦੇ ਨਾਲ। ਅਤੇ ਚਲੋ ਭਾਗ ਪਹਿਲੇ ਦੇ ਨਾਲ ਸ਼ੁਰੂਆਤ ਕਰਦੇ ਹਾਂ। ਵਾਟ ਇਜ਼ ਹੈਰੀਡਿਟੀ? ਹੈਰੀਡਿਟੀ ਨੂੰ ਅਸੀਂ ਪੰਜਾਬੀ ਵਿੱਚ ਅਨੁਵੰਸ਼ਿਕਤਾ ਕਹਿੰਦੇ ਹਾਂ। ਇਟ ਇਜ਼ ਦ ਪ੍ਰੋਸੈਸ ਆਫ ਟਰਾਂਸਮਿਸ਼ਨ ਆਫ ਜੈਨੇਟਿਕ ਟ੍ਰੇਟਸ ਫਰੋਮ ਪੇਰੈਂਟਸ ਟੂ ਆਫਸਪ੍ਰਿੰਗਸ, ਯਾਨੀ ਕਿ ਗੁਣਾਂ ਦਾ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਜਾਂ ਮਾਪਿਆਂ ਤੋਂ ਬੱਚਿਆਂ ਤੱਕ ਪਹੁੰਚਣਾ, ਇਹਨੂੰ ਅਸੀਂ ਕਹਿੰਦੇ ਹਾਂ ਅਨੁਵੰਸ਼ਿਕਤਾ। ਇਹਨੂੰ ਹੋਰ ਵੀ ਡਿਟੇਲ 'ਚ ਸਮਝਣ ਲਈ ਆਓ ਅਸੀਂ ਇੱਕ ਡਾਇਗਰਾਮ ਦੇਖਦੇ ਹਾਂ। ਆਓ ਅਸੀਂ ਇਸ ਡਾਇਗਰਾਮ ਦੇ ਨਾਲ ਅਨੁਵੰਸ਼ਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਡਾਇਗਰਾਮ ਦੇ ਵਿੱਚ ਸਾਨੂੰ 3 ਪੀੜ੍ਹੀਆਂ ਨਜ਼ਰ ਆ ਰਹੀਆਂ ਨੇ। ਇੱਕ ਸਾਨੂੰ ਇੱਥੇ ਇੱਕ ਬੱਚਾ ਨਜ਼ਰ ਆ ਰਿਹਾ ਹੈ, ਫਿਰ ਇਸ ਬੱਚੇ ਦੇ ਮਾਤਾ ਪਿਤਾ ਨਜ਼ਰ ਆ ਰਹੇ ਨੇ, ਔਰ ਇੱਥੇ ਸਾਨੂੰ ਬੱਚੇ ਦੇ ਨਾਨਾ ਨਾਨੀ ਅਤੇ ਦਾਦਾ ਦਾਦੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਇਸ ਬੱਚੇ ਦੇ ਅੰਦਰ ਜਾਂ ਕਿਸੇ ਵੀ ਆਰਗੇਨਿਜ਼ਮ ਦੇ ਅੰਦਰ ਜਿਹੜੇ ਵੀ ਗੁਣ ਹੁੰਦੇ ਨੇ ਉਹ ਉਹਦੇ ਅੰਦਰ ਮੌਜੂਦ ਜੀਨਸ ਦੇ ਕਰਕੇ ਜਾਂ ਜੈਨੇਟਿਕ ਮਟੀਰੀਅਲ ਦੇ ਕਰਕੇ ਹੁੰਦੇ ਨੇ। ਇਹ ਜੈਨੇਟਿਕ ਮਟੀਰੀਅਲ ਕਿੱਥੋਂ ਆਉਂਦਾ ਹੈ? ਅੱਧਾ ਜੈਨੇਟਿਕ ਮਟੀਰੀਅਲ ਆਉਂਦਾ ਹੈ ਫਾਦਰ ਤੋਂ ਅਤੇ ਅੱਧਾ ਆਉਂਦਾ ਹੈ ਮਦਰ ਤੋਂ। ਇਸੇ ਤਰ੍ਹਾਂ ਇਸ ਮਦਰ ਦੇ ਅੰਦਰ ਜੈਨੇਟਿਕ ਮਟੀਰੀਅਲ ਇਹਨਾਂ ਦੇ ਪੇਰੈਂਟਸ ਯਾਨੀ ਕਿ ਬੱਚੇ ਦੇ ਨਾਨਾ ਨਾਨੀ ਦੇ ਥਰੂ ਆਇਆ, ਅਤੇ ਫਾਦਰ ਦੇ ਅੰਦਰ ਜੈਨੇਟਿਕ ਮਟੀਰੀਅਲ ਇਹਨਾਂ ਦੇ ਪੇਰੈਂਟਸ ਯਾਨੀ ਕਿ ਬੱਚੇ ਦੇ ਦਾਦਾ ਦਾਦੀ ਦੇ ਥਰੂ ਆਇਆ। ਜਿੱਦਾਂ ਨਾਨਾ ਨਾਨੀ ਤੋਂ ਜੈਨੇਟਿਕ ਮਟੀਰੀਅਲ ਬੱਚੇ ਦੇ ਮਦਰ ਤੱਕ ਆਇਆ, ਇਸੇ ਤਰ੍ਹਾਂ ਹੀ ਜੈਨੇਟਿਕ ਮਟੀਰੀਅਲ ਬੱਚੇ ਦੇ ਮਾਸੀ ਜਾਂ ਮਾਮੇ ਦੇ ਅੰਦਰ ਵੀ ਆਇਆ ਹੋਏਗਾ। ਅਤੇ ਜਿੱਦਾਂ ਦਾਦਾ ਦਾਦੀ ਤੋਂ ਜੈਨੇਟਿਕ ਮਟੀਰੀਅਲ ਇਸ ਬੱਚੇ ਦੇ ਫਾਦਰ 'ਚ ਆਇਆ, ਇਸੇ ਤਰ੍ਹਾਂ ਹੀ ਬੱਚੇ ਦੇ ਚਾਚੇ ਜਾਂ ਭੂਆ ਦੇ ਅੰਦਰ ਵੀ ਜੈਨੇਟਿਕ ਮਟੀਰੀਅਲ ਦਾਦਾ ਦਾਦੀ ਤੋਂ ਹੀ ਆਇਆ ਹੋਏਗਾ। ਜਿਹੜੇ ਵੀ ਗੁਣ ਨੇ ਉਹ ਪੀੜ੍ਹੀ ਦਰ ਪੀੜ੍ਹੀ ਟਰਾਂਸਮਿਟ ਹੋਣੇ ਨੇ, ਯਾਨੀ ਕਿ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਜਾਣੇ ਨੇ। ਕਈ ਵਾਰੀ ਅਸੀਂ ਇੱਦਾਂ ਕਹਿ ਦਿੰਦੇ ਹਾਂ ਕਿ ਜੀ ਇਸ ਬੱਚੇ ਦੀਆਂ ਜਿਹੜੀਆਂ ਅੱਖਾਂ ਨੇ ਉਹ ਇਹਦੀ ਨਾਨੀ ਵਰਗੀਆਂ ਨੇ, ਜਾਂ ਇਸ ਬੱਚੇ ਦੀ ਜਿਹੜੀ ਰੰਗਤ ਹੈ ਉਹ ਇਹਦੇ ਨਾਨੇ ਵਰਗੀ ਹੈ, ਜਾਂ ਇਹਦਾ ਜਿਹੜਾ ਸ਼ੇਪ ਆਫ ਨੋਜ਼ ਹੈ ਉਹ ਇਹਦੀ ਦਾਦੀ ਨਾਲ ਮਿਲਦੀ ਹੈ, ਜਾਂ ਕੋਈ ਹੋਰ ਕਰੈਕਟਰ ਇਹਦੇ ਦਾਦੇ ਨਾਲ ਮਿਲਦਾ ਹੈ। ਇਸੇ ਤਰ੍ਹਾਂ ਹੀ ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਵੀ ਕੋਈ ਗੁਣ ਬੱਚੇ ਦਾ ਆਪਣੀ ਭੂਆ ਵਰਗਾ ਹੈ, ਕੋਈ ਗੁਣ ਜਿਹੜਾ ਬੱਚੇ ਦੇ ਅੰਦਰ ਉਹ ਇਹਦੀ ਮਾਸੀ ਵਰਗਾ ਹੈ। ਹਾਲਾਂਕਿ ਭੂਆ ਜਾਂ ਮਾਸੀ ਤੋਂ ਇਸ ਬੱਚੇ ਦੇ ਅੰਦਰ ਜੈਨੇਟਿਕ ਮਟੀਰੀਅਲ ਨਹੀਂ ਆਉਣਾ, ਲੇਕਿਨ ਭੂਆ ਜਾਂ ਨਾਨੀ ਦੇ ਅੰਦਰ ਜੈਨੇਟਿਕ ਮਟੀਰੀਅਲ ਨਾਨਾ ਨਾਨੀ ਜਾਂ ਦਾਦਾ ਦਾਦੀ ਤੋਂ ਹੀ ਆਇਆ ਹੋਇਆ। ਹੋ ਸਕਦਾ ਹੈ ਕਿ ਨਾਨਾ ਨਾਨੀ ਤੋਂ ਆਏ ਹੋਏ ਜੈਨੇਟਿਕ ਮਟੀਰੀਅਲ ਦੇ ਕੁਝ ਗੁਣ ਜਿਹੜੇ ਨੇ ਉਹ ਮਾਸੀ 'ਚ ਐਕਸਪ੍ਰੈਸ ਹੋਏ ਹੋਣ, ਚਾਹੇ ਮਦਰ 'ਚ ਐਕਸਪ੍ਰੈਸ ਨਾ ਵੀ ਹੋਏ ਹੋਣ। ਜਦੋਂ ਬੱਚੇ ਦੇ ਅੰਦਰ ਉਹੋ ਜਿਹੇ ਗੁਣ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਅਤੇ ਸਾਨੂੰ ਲੱਗਦਾ ਹੈ ਕਿ ਬੱਚੇ 'ਚ ਫਲਾਣਾ ਗੁਣ ਜਿਹੜਾ ਉਹ ਇਹਦੀ ਮਾਸੀ ਵਰਗਾ ਹੈ, ਜਾਂ ਫਲਾਣਾ ਗੁਣ ਜਿਹੜਾ ਉਹ ਇਹਦੀ ਭੂਆ ਵਰਗਾ ਹੈ। ਸੋ ਇਸ ਤਰ੍ਹਾਂ ਇੱਕ ਖਾਨਦਾਨ ਦੇ ਅੰਦਰ ਜਿਹੜੇ ਗੁਣ ਨੇ ਉਹ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਅਤੇ ਇਸ ਪੀੜ੍ਹੀ ਤੋਂ ਫਿਰ ਉਸ ਦੀ ਅਗਲੀ ਪੀੜ੍ਹੀ ਤੱਕ ਜਾਂਦੇ ਰਹਿੰਦੇ ਨੇ। ਗੁਣਾਂ ਦਾ ਪੀੜ੍ਹੀ ਦਰ ਪੀੜ੍ਹੀ ਅੱਗੇ ਅੱਗੇ ਟਰਾਂਸਫਰ ਹੋਣਾ, ਟਰਾਂਸਮਿਟ ਹੋਣਾ, ਇਨਹੈਰੀਟੈਂਸ ਹੋਣਾ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਇਹਨੂੰ ਅਸੀਂ ਅਨੁਵੰਸ਼ਿਕਤਾ ਕਹਿੰਦੇ ਹਾਂ। ਇੱਕ ਦੋ ਚੀਜ਼ਾਂ ਜਿਹੜੀਆਂ ਇੱਥੇ ਜ਼ਿਆਦਾ ਧਿਆਨ ਦੇਣ ਵਾਲੀਆਂ ਨੇ ਉਹ ਕੀ ਨੇ? ਪਹਿਲੀ ਗੱਲ ਕਿ ਹਰ ਪੀੜ੍ਹੀ ਦਰ ਪੀੜ੍ਹੀ ਜਿਹੜਾ ਇੱਕ ਸਪੀਸ਼ੀ ਦਾ ਬੇਸਿਕ ਬੋਡੀ ਡਿਜ਼ਾਈਨ ਹੁੰਦਾ ਉਹ ਸੇਮ ਰਹਿ ਰਿਹਾ, ਚਾਹੇ ਪੜਦਾਦਾ ਪੜਦਾਦੀ ਹੈ ਜਾਂ ਪੜਨਾਨਾ ਪੜਨਾਨੀ ਹੈ, ਦਾਦਾ ਦਾਦੀ ਹੈ, ਨਾਨਾ ਨਾਨੀ ਹੈ, ਮਾਤਾ ਪਿਤਾ ਹੈ ਜਾਂ ਬੱਚਾ ਹੈ, ਸਾਰਿਆਂ ਦੇ ਅੰਦਰ ਇੱਕ ਕਾਮਨ ਬੇਸਿਕ ਬੋਡੀ ਡਿਜ਼ਾਈਨ ਹੈ। ਯਾਨੀ ਕਿ ਜਿਸ ਤਰ੍ਹਾਂ ਦੀ ਸਾਡੀ ਜਿਹੜੀ ਹੈ ਉਹ ਬੇਸਿਕ ਸਟਰਕਚਰ ਚੱਲੀ ਆ ਰਹੀ ਹੈ ਉਹ ਸੇਮ ਹੀ ਰਹਿ ਰਹੀ ਹੈ। ਜਿਹੜਾ ਸਾਡਾ ਬੇਸਿਕ ਬੋਡੀ ਦਾ ਡਿਜ਼ਾਈਨ ਹੈ ਉਹ ਕਿਤੇ ਨਹੀਂ ਬਦਲ ਰਿਹਾ। ਲੇਕਿਨ ਕੋਈ ਵੀ ਇੱਕ ਆਰਗੇਨਿਜ਼ਮ ਦੂਜੇ ਦੇ ਨਾਲ ਮਿਲਦਾ ਨਹੀਂ। ਅਸੀਂ ਸਿਰਫ ਜਿਹੜੇ ਮੋਨੋਜ਼ਾਈਗੋਟਿਕ ਟਵਿਨਸ ਨੇ, ਜਿਹੜੇ ਜੁੜਵਾ ਬੱਚੇ ਨੇ, ਉਹਨਾਂ ਨੂੰ ਅਗਰ ਛੱਡ ਦਈਏ ਤਾਂ ਹੋਰ ਕੋਈ ਵੀ ਇੱਕ ਇੰਡੀਵਿਜੂਅਲ ਦੂਜੇ ਇੰਡੀਵਿਜੂਅਲ ਦੇ ਨਾਲ ਪੂਰੀ ਤਰ੍ਹਾਂ ਨਹੀਂ ਮਿਲਦਾ। ਹਰ ਇੱਕ ਦੇ ਵਿੱਚ ਕੋਈ ਨਾ ਕੋਈ ਚੇਂਜ ਹੈ, ਬਦਲਾਅ ਹੈ। ਅਗਰ ਅਸੀਂ ਦਾਦਾ ਦਾਦੀ ਦੀ ਗੱਲ ਕਰਦੇ ਹਾਂ, ਉਹਨਾਂ ਦੇ 2 ਜਾਂ 3 ਬੱਚੇ ਨੇ, ਉਹ ਬੱਚੇ ਵੀ ਆਪਸ 'ਚ ਨਹੀਂ ਮਿਲ ਰਹੇ। ਈਵਨ ਕਿ ਉਹ ਬੱਚੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਆਪਣੇ ਮਾਤਾ ਪਿਤਾ ਵਰਗੇ ਵੀ ਨਹੀਂ ਹੈ। ਇਹ ਨਹੀਂ ਹੈ ਕਿ ਜਿਹੜੇ ਇਸ ਬੱਚੇ ਦੇ ਫਾਦਰ ਨੇ ਉਹ ਐਗਜ਼ੈਕਟ ਕਾਪੀ ਹੋ ਜਾਣਗੇ ਦਾਦਾ ਜੀ ਦੀ, ਨਹੀਂ, ਇੱਦਾਂ ਨਹੀਂ ਹੋਏਗਾ। ਇਸੇ ਤਰ੍ਹਾਂ ਹੀ ਆ ਜਿਹੜੇ ਬੱਚੇ ਦੀ ਮਦਰ ਹੈ, ਸ਼ੀ ਕੈਨ ਨਾਟ ਬੀ ਐਗਜ਼ੈਕਟ ਕਾਪੀ ਆਫ ਹਰ ਮਦਰ, ਯਾਨੀ ਕਿ ਮਦਰ ਜਿਹੜੀ ਹੈ ਉਹ ਨਾਨੀ ਦੀ ਐਗਜ਼ੈਕਟ ਕਾਪੀ ਤਾਂ ਕਦੀ ਨਹੀਂ ਹੋ ਸਕਦੀ।
ਦੂਜੇ ਲਫ਼ਜ਼ਾਂ 'ਚ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਹਰ ਆਰਗੈਨਿਜ਼ਮ, ਹਰ ਇੰਡੀਵਿਜੂਅਲ, ਹਰ ਜੀਵ ਦੂਜੇ ਜੀਵ ਤੋਂ ਅਲੱਗ ਹੈ। ਈਵਨ ਕਿ ਬੱਚੇ ਵੀ ਪੂਰੀ ਤਰ੍ਹਾਂ ਆਪਣੇ ਮਾਂ ਪਿਓ ਵਰਗੇ ਨਹੀਂ ਹੈ, ਜਾਂ ਭੈਣ ਭਰਾ ਵੀ ਜਿਹੜੇ ਨੇ ਉਹ ਵੀ ਇੱਕ ਦੂਜੇ ਤੋਂ ਅਲੱਗ ਨੇ। ਇਹ ਜਿਹੜਾ ਬਦਲਾਅ ਹੈ, ਇਹ ਜਿਹੜਾ ਅਲੱਗ ਹੋਣ ਦੀ ਪ੍ਰਵਿਰਤੀ ਹੈ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਇਹਨੂੰ ਅਸੀਂ ਕਹਿੰਦੇ ਹਾਂ ਵੇਰੀਏਸ਼ਨ। ਤੇ ਚਲੋ ਫਿਰ ਵੇਰੀਏਸ਼ਨ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ। What is variation? Differences in the inheritance of characters from one generation to the next। ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਜਦੋਂ ਕਰੈਕਟਰਸ ਜਾਂ ਗੁਣ ਜਿਹੜੇ ਨੇ ਉਹ ਇਨਹੈਰਿਟ ਹੁੰਦੇ ਨੇ, ਪਾਸ ਔਨ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਜਿਹੜੇ ਬਦਲਾਵ ਆਉਂਦੇ ਨੇ ਉਹਨੂੰ ਅਸੀਂ ਕੀ ਕਹਿੰਦੇ ਹਾਂ? ਵੇਰੀਏਸ਼ਨ ਕਹਿੰਦੇ ਹਾਂ। ਡਿਫਰੈਂਸਿਸ ਬਿਟਵੀਨ ਪੇਰੈਂਟਸ ਐਂਡ ਆਫਸਪ੍ਰਿੰਗਸ, ਯਾਨੀ ਕਿ ਮਾਪਿਆਂ ਤੋਂ ਉਹਨਾਂ ਦੇ ਬੱਚਿਆਂ ਦੇ ਅੰਦਰ ਵੀ ਜਿਹੜਾ ਗੁਣਾਂ ਦੇ ਵਿੱਚ ਬਦਲਾਵ ਆਇਆ ਉਹ ਕੀ ਆ? ਉਹ ਵੇਰੀਏਸ਼ਨ ਹੈ। ਡਿਫਰੈਂਸਿਸ ਬਿਟਵੀਨ ਦ ਆਰਗੈਨਿਜ਼ਮਸ ਆਫ ਸੇਮ ਸਪੀਸ਼ੀ, ਯਾਨੀ ਕਿ ਇੱਕ ਹੀ ਸਪੀਸ਼ੀ ਦੇ ਜਿੰਨੇ ਵੀ ਆਰਗੈਨਿਜ਼ਮ ਨੇ ਉਹ ਸਾਰੇ ਹੀ ਇੱਕ ਦੂਜੇ ਤੋਂ ਅਲੱਗ ਨੇ। ਜਿੱਦਾਂ ਅਸੀਂ ਇਨਸਾਨ ਦੀ ਸਪੀਸ਼ੀ ਦੀ ਗੱਲ ਕਰਦੇ ਹਾਂ, ਅਤੇ ਜਿਹੜੀ ਸਾਡੀ ਪ੍ਰਜਾਤੀ ਹੈ ਉਹਦੇ ਵਿੱਚ ਹਰ ਆਰਗੈਨਿਜ਼ਮ, ਹਰ ਜੀ ਦੂਜੇ ਜੀ ਤੋਂ ਅਲੱਗ ਹੈ। ਹਰ ਬੰਦਾ ਦੂਜੇ ਬੰਦੇ ਤੋਂ ਅਲੱਗ ਹੈ। ਹਰ ਬੰਦਾ ਆਪਣੇ ਆਪ ਦੇ ਵਿੱਚ ਯੂਨੀਕ ਹੈ। ਇਹ ਜਿਹੜੇ ਡਿਫਰੈਂਸਿਸ ਨੇ, ਇਹ ਜਿਹੜੀ ਹਰ ਜੀ ਦੀ ਇੱਕ ਦੂਜੇ ਤੋਂ ਅਲੱਗ ਹੋਣ ਦੀ ਪ੍ਰਵਿਰਤੀ ਹੈ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਵੇਰੀਏਸ਼ਨ ਕਹਿੰਦੇ ਹਾਂ। ਲੇਕਿਨ ਇੱਕ ਚੀਜ਼ ਆਪਾਂ ਯਾਦ ਰੱਖਣੀ ਹੈ ਕਿ ਜਿੰਨੀਆਂ ਮਰਜ਼ੀ ਵੇਰੀਏਸ਼ਨਸ ਆਈ ਜਾਣ, ਲੇਕਿਨ ਕਾਮਨ ਬੇਸਿਕ ਬਾਡੀ ਡਿਜ਼ਾਈਨ ਇਜ਼ ਸੇਮ। ਜਿਹੜਾ ਬਾਡੀ ਦਾ ਬੇਸਿਕ ਡਿਜ਼ਾਈਨ ਹੈ, ਜਿਹੜਾ ਬੇਸਿਕ ਸਟਰਕਚਰ ਹੈ, ਉਹ ਸੇਮ ਰਹਿੰਦਾ ਹੈ। ਜਿਹੜੀਆਂ ਵੇਰੀਏਸ਼ਨਸ ਆਉਂਦੀਆਂ ਨੇ ਉਹ ਹੌਲੀ ਹੌਲੀ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਨੇ ਉਹ ਆਉਣਗੀਆਂ, ਬੜੀਆਂ ਛੋਟੀਆਂ ਛੋਟੀਆਂ ਚੇਂਜਿਸ ਦੇ ਨਾਲ ਆਉਣਗੀਆਂ, ਜਿਹੜੀਆਂ ਅੱਗੇ ਇਕੱਠੀਆਂ ਹੁੰਦੀਆਂ ਰਹਿਣਗੀਆਂ। ਇਹ ਜਿਹੜੀਆਂ ਵੇਰੀਏਸ਼ਨਸ ਨੇ ਇਹ ਕਿਸੇ ਵੀ ਪ੍ਰਜਾਤੀ ਨੂੰ ਸਟੇਬਿਲਿਟੀ ਪ੍ਰੋਵਾਈਡ ਕਰਦੀਆਂ ਨੇ, ਬਦਲਦੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਅਨੁਕੂਲ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ, ਔਰ ਅਲਟੀਮੇਟਲੀ ਕਿਸੇ ਵੀ ਪ੍ਰਜਾਤੀ ਦੇ ਵਿਕਾਸ ਦੇ ਵਿੱਚ ਵੇਰੀਏਸ਼ਨਸ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਆਓ ਹੁਣ ਅਸੀਂ ਗੱਲ ਕਰਦੇ ਹਾਂ ਕਿ ਪ੍ਰਜਨਨ ਦੇ ਦੌਰਾਨ ਇਹ ਜਿਹੜੀਆਂ ਵੇਰੀਏਸ਼ਨਸ ਨੇ ਉਹ ਕਿੱਦਾਂ ਇਕੱਠੀਆਂ ਹੁੰਦੀਆਂ ਨੇ। ਇਹਨੂੰ ਸਮਝਣ ਦੇ ਲਈ ਅਸੀਂ ਇੱਕ ਡਾਇਗਰਾਮ ਦੀ ਮਦਦ ਲੈਂਦੇ ਹਾਂ। ਇਹ ਇੱਕ ਹਾਈਪੋਥੈਟੀਕਲ ਡਾਇਗਰਾਮ ਹੈ। ਇੱਥੇ ਸਾਨੂੰ ਦੇਖੋ ਇੱਕ ਆਰਗੈਨਿਜ਼ਮ ਜਿਹੜਾ ਹੈ ਉਹ ਨਜ਼ਰ ਆ ਰਿਹਾ, ਅਤੇ ਇਹ ਜਿਹੜਾ ਇੱਕ ਆਰਗੈਨਿਜ਼ਮ ਹੈ ਇਹਦਾ ਇੱਕ ਪਰਟੀਕੂਲਰ ਬਾਡੀ ਡਿਜ਼ਾਈਨ ਹੈ। ਜਿੱਦਾਂ ਕਿ ਸੈਂਟਰ ਦੇ ਵਿੱਚ ਸਾਨੂੰ ਇੱਕ ਵੱਡਾ ਜਿਹਾ ਸਰਕਲ ਨਜ਼ਰ ਆ ਰਿਹਾ ਹੈ ਨਾ, ਨੀਚੇ ਇੱਕ ਰੈਕਟੈਂਗੂਲਰ ਜਿਹਾ ਕਰੈਕਟਰ ਨਜ਼ਰ ਆ ਰਿਹਾ। ਇੱਕ ਹਾਈਪੋਥੈਟੀਕਲ ਡਾਇਗਰਾਮ ਹੈ, ਅਤੇ ਇਹਦੇ 'ਚ ਇੱਕ ਇੰਡੀਵਿਜੂਅਲ ਅਸੈਕਸ਼ੁਅਲ ਰੀਪਰੋਡਕਸ਼ਨ ਕਰਦਾ ਹੈ ਅਤੇ ਦੋ ਇੰਡੀਵਿਜੂਅਲਸ ਬਣਾਉਂਦਾ, ਯਾਨੀ ਕਿ ਇੱਕ ਹੀ ਜਿਹੜਾ ਪੇਰੈਂਟ ਹੈ ਇਹਦੇ ਤੋਂ ਦੋ ਇੰਡੀਵਿਜੂਅਲਸ ਜਿਹੜੇ ਨੇ ਬਣਦੇ ਨੇ, ਅਤੇ ਇਹਨਾਂ ਦੋਵਾਂ ਤੋਂ ਅੱਗੇ ਫਿਰ ਦੋ ਦੋ ਬਣਦੇ ਨੇ, ਯਾਨੀ ਕਿ ਇੱਕ ਤੋਂ ਪਹਿਲਾਂ ਦੋ ਇੰਡੀਵਿਜੂਅਲਸ ਬਣੇ ਅਤੇ ਫਿਰ ਇਹਨਾਂ ਦੋਵਾਂ ਤੋਂ ਦੋ ਦੋ ਹੋਰ, ਯਾਨੀ ਕਿ ਚਾਰ ਇੰਡੀਵਿਜੂਅਲਸ ਬਣੇ। ਇਹ ਹੋ ਗਈ ਅਸੈਕਸ਼ੁਅਲ ਰੀਪਰੋਡਕਸ਼ਨ। ਸੋ ਇਹਦੇ ਵਿੱਚ ਦੇਖੋ ਜਦੋਂ ਆ ਪਹਿਲਾ ਇੰਡੀਵਿਜੂਅਲ ਜਿਹੜਾ ਇਹ ਦੋ ਇੰਡੀਵਿਜੂਅਲ ਪ੍ਰੋਡਿਊਸ ਕਰ ਰਿਹਾ, ਤਾਂ ਕੀ ਹੋ ਰਿਹਾ ਵੀ ਆਹ ਦੇਖੋ ਉੱਪਰ ਵਾਲੇ ਪਾਸੇ ਇੱਕ ਕਰੈਕਟਰ ਜਿਹੜਾ ਹੈ ਉਹ ਹੁਣ ਲਾਲ ਜਿਹਾ ਦਿਖਣ ਲੱਗ ਪਿਆ, ਜਦੋਂ ਕਿ ਪੇਰੈਂਟ ਦੇ ਵਿੱਚ ਤਾਂ ਇੱਦਾਂ ਦਾ ਕੋਈ ਕਰੈਕਟਰ ਨਹੀਂ ਸੀ ਨਾ। ਇਹ ਕੀ ਹੈ? ਇਹ ਵੇਰੀਏਸ਼ਨ ਆ। ਇਸੇ ਤਰ੍ਹਾਂ ਹੀ ਜਦੋਂ ਇਸ ਇੰਡੀਵਿਜੂਅਲ ਤੋਂ ਇਸ ਇੰਡੀਵਿਜੂਅਲ ਨੇ ਜਨਮ ਲਿਆ ਤਾਂ ਇਹਦੇ ਅੰਦਰ ਆ ਦੇਖੋ ਨੀਚੇ ਇੱਕ ਗ੍ਰੀਨ ਕਲਰ ਦਾ ਸਾਨੂੰ ਕਰੈਕਟਰ ਨਜ਼ਰ ਆ ਰਿਹਾ, ਜਿਹੜਾ ਕਿ ਪੇਰੈਂਟਸ ਦੇ ਅੰਦਰ ਨਹੀਂ ਸੀ। ਜੇ ਪੇਰੈਂਟ ਦੇ ਅੰਦਰ ਨਹੀਂ ਸੀ, ਇੱਥੇ ਨਵਾਂ ਆ ਗਿਆ, ਇਹ ਬਦਲਾਵ ਹੋ ਗਿਆ, ਇਹਨੂੰ ਅਸੀਂ ਵੇਰੀਏਸ਼ਨ ਕਹਾਂਗੇ। ਠੀਕ ਹੈ, ਯਾਨੀ ਕਿ ਜਦੋਂ ਇੱਕ ਇੰਡੀਵਿਜੂਅਲ ਤੋਂ ਦੋ ਬਣੇ ਅਤੇ ਦੋਵਾਂ ਦੇ ਵਿੱਚ ਕੁਝ ਬਦਲਾਵ ਆ ਗਏ, ਵੇਰੀਏਸ਼ਨਸ ਆ ਗਈਆਂ। ਹੁਣ ਜਦੋਂ ਇਸ ਇੰਡੀਵਿਜੂਅਲ ਨੇ ਅੱਗੇ ਪ੍ਰਜਨਨ ਕੀਤਾ ਅਤੇ ਦੋ ਹੋਰ ਇੰਡੀਵਿਜੂਅਲਸ ਬਣਾਏ। ਹੁਣ ਦੇਖੋ ਆਹ ਜਿਹੜਾ ਗ੍ਰੀਨ ਨੀਚੇ ਵਾਲਾ ਕਰੈਕਟਰ ਆ ਇਹ ਦੋਵੇਂ ਨਵੇਂ ਇੰਡੀਵਿਜੂਅਲਸ ਦੇ ਅੰਦਰ ਚਲਾ ਗਿਆ, ਯਾਨੀ ਕਿ ਆਹ ਗੁਣ ਜਿਹੜਾ ਹੈ ਉਹ ਅੱਗੇ ਟਰਾਂਸਫਰ ਹੋ ਗਿਆ, ਇਨਹੈਰਿਟ ਹੋ ਗਿਆ, ਟਰਾਂਸਮਿਟ ਹੋ ਗਿਆ, ਯਾਨੀ ਕਿ ਇਹ ਇੱਕ ਇਨਹੈਰਿਟਿਡ ਟਰੇਟ ਬਣ ਗਿਆ, ਯਾਨੀ ਕਿ ਇੱਕ ਜਮਾਂਦਰੂ ਟਰੇਟ ਬਣ ਗਿਆ, ਯਾਨੀ ਕਿ ਇੱਕ ਇਹੋ ਜਿਹਾ ਟਰੇਟ, ਇਹੋ ਜਿਹਾ ਗੁਣ ਬਣ ਗਿਆ ਜਿਹੜਾ ਕਿ ਬੱਚੇ ਨੂੰ ਆਪਣੇ ਪੇਰੈਂਟ ਤੋਂ ਮਿਲਦਾ ਹੈ। ਲੇਕਿਨ ਆਹ ਦੇਖੋ ਇੱਕ ਬਿਲਕੁਲ ਹੀ ਨਵਾਂ ਟਰੇਟ, ਬੜਾ ਲਾਈਟ ਬਲੂ ਕਲਰ ਦਾ ਆਪਾਂ ਨੂੰ ਟਰੇਟ ਇੱਥੇ ਨਜ਼ਰ ਆ ਰਿਹਾ, ਜੋ ਕਿ ਨਾ ਹੀ ਇਹਦੇ ਪੇਰੈਂਟ ਦੇ ਅੰਦਰ ਹੈਗਾ, ਨਾ ਹੀ ਇਸ ਪੇਰੈਂਟ ਦੇ ਅੰਦਰ ਸੀ। ਇਸ ਇੰਡੀਵਿਜੂਅਲ ਵਾਸਤੇ ਇਹ ਇੱਕ ਯੂਨੀਕ ਗੁਣ ਬਣ ਗਿਆ। ਇਹ ਗੁਣ ਇਨਹੈਰਿਟ ਨਹੀਂ ਹੋਇਆ, ਇਹ ਨਵਾਂ ਬਣ ਗਿਆ।
ਇਸੇ ਤਰ੍ਹਾਂ ਹੀ ਅਸੀਂ ਇਸ ਪ੍ਰੋਜਨੀ ਨੂੰ ਵੀ ਅਗਰ ਦੇਖੀਏ, ਦੇਖੋ ਇਸ ਇੰਡੀਵਿਜੂਅਲ ਨੇ ਅੱਗੋਂ 2 ਇੰਡੀਵਿਜੂਅਲਸ ਨੂੰ ਪ੍ਰੋਡਿਊਸ ਕੀਤਾ। ਅਤੇ ਆਹ ਦੇਖੋ ਜਿਹੜਾ ਇਹਦਾ ਇੱਕ ਰੈੱਡ ਕਲਰ ਦਾ ਕਰੈਕਟਰ ਇੱਥੇ ਨਜ਼ਰ ਆ ਰਿਹਾ ਸੀ, ਇਹ ਕਰੈਕਟਰ ਐਜ਼ ਸੱਚ ਦੋਨੋਂ ਨਵੇਂ ਔਰਗੈਨਿਜ਼ਮਸ ਦੇ ਅੰਦਰ ਇਨਹੈਰਿਟ ਹੋ ਗਿਆ, ਦੋਵਾਂ ਦੇ ਅੰਦਰ ਆ ਗਿਆ ਨਾ। ਦੇਖੋ ਆਹ ਰੈੱਡ ਜਿਹਾ, ਇਟ ਮੀਨਸ ਇਹਨਾਂ ਦੋਨਾਂ ਇੰਡੀਵਿਜੂਅਲਸ ਵਾਸਤੇ ਆਹ ਜਿਹੜਾ ਰੈੱਡ ਟਰੇਟ ਹੈ ਇਹ ਜਮਾਂਦਰੂ ਗੁਣ ਹੋ ਗਿਆ, ਜਿਹੜਾ ਕਿ ਇਹਨਾਂ ਨੂੰ ਆਪਣੇ ਪੇਰੈਂਟ ਤੋਂ ਐਜ਼ ਸੱਚ ਇਨਹੈਰਿਟ ਹੋਇਆ। ਜਦੋਂ ਕਿ ਆਹ ਦੇਖੋ ਸਾਈਡ ਦੇ ਉੱਤੇ ਸਾਨੂੰ ਕੋਈ ਹੋਰ ਵੀ ਟਰੇਟ ਨਜ਼ਰ ਆ ਰਹੇ ਨੇ ਜਿਹੜੇ ਕਿ ਪੇਰੈਂਟ ਦੇ ਅੰਦਰ ਨਹੀਂ ਸੀ। ਇਹ ਗੁਣ ਇਹਨਾਂ ਦੇ ਲਈ ਕੀ ਹੋ ਗਏ, ਇਹਨਾਂ ਦੇ ਲਈ ਇਹ ਯੂਨੀਕ ਗੁਣ ਹੋ ਗਏ। ਸੋ ਹੁੰਦਾ ਕੀ ਹੈ ਕਿ ਪੀੜ੍ਹੀ ਦਰ ਪੀੜ੍ਹੀ ਹੌਲੀ ਹੌਲੀ ਛੋਟੀਆਂ ਜਿਹੀਆਂ ਵੇਰੀਏਸ਼ਨਸ ਜਾਂ ਬਦਲਾਵ ਜਿਹੜੇ ਨੇ ਉਹ ਆਉਂਦੇ ਰਹਿੰਦੇ ਨੇ। ਕੁਝ ਜਿਹੜੇ ਬਦਲਾਵ ਨੇ ਉਹ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਜਾਂ ਉਸ ਤੋਂ ਅਗਲੀ ਪੀੜ੍ਹੀ ਤੱਕ ਟਰਾਂਸਫਰ ਹੁੰਦੇ ਨੇ। ਜਿੱਦਾਂ ਹੀ ਇਹ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਜਾਂ ਉਸ ਤੋਂ ਅਗਲੀ ਪੀੜ੍ਹੀ 'ਚ ਜਾਂਦੇ ਰਹਿੰਦੇ ਨੇ, ਹੌਲੀ ਹੌਲੀ ਕੀ ਹੁੰਦਾ ਕਿ ਕਈ ਪੀੜ੍ਹੀਆਂ ਬਾਅਦ ਇਹ ਜਿਹੜੇ ਨੇ ਬਦਲਾਵ ਇਹ ਇਕੱਠੇ ਹੁੰਦੇ ਜਾਂਦੇ ਨੇ ਅਤੇ ਬਹੁਤ ਜ਼ਿਆਦਾ ਡਾਈਵਰਸਿਟੀ ਅੱਗੇ ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਕ੍ਰੀਏਟ ਕਰਦੇ ਨੇ। ਔਰ ਇਹ ਜਿਹੜੀਆਂ ਵੇਰੀਏਸ਼ਨਸ ਨੇ ਇਹ ਹੈਲਪ ਕਰਦੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਦਲਦੇ ਹੋਏ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨ ਲਈ ਜਾਂ ਅਨੁਕੂਲਨ ਕਰਨ ਦੇ ਲਈ। ਪਰ ਇੱਕ ਚੀਜ਼ ਹੋਰ ਵੀ ਇੱਥੇ ਅਸੀਂ ਧਿਆਨ 'ਚ ਰੱਖਣੀ ਹੈ ਵੀ ਇਸ ਡਾਇਗਰਾਮ ਦੇ ਵਿੱਚ ਸਾਨੂੰ ਅਸੈਕਸ਼ੁਅਲ ਰੀਪਰੋਡਕਸ਼ਨ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ, ਜਿਹਦੇ ਵਿੱਚ ਇੱਕ ਹੀ ਪੇਰੈਂਟ ਤੋਂ ਨਵੇਂ ਇੰਡੀਵਿਜੂਅਲਸ ਜਿਹੜੇ ਨੇ ਉਹ ਬਣਦੇ ਨੇ। ਲੇਕਿਨ ਪ੍ਰਜਨਨ 2 ਤਰ੍ਹਾਂ ਦਾ ਹੁੰਦਾ, ਅਸੈਕਸ਼ੁਅਲ ਅਤੇ ਸੈਕਸ਼ੁਅਲ। ਫਿਰ ਫਰਕ ਕਿੱਥੇ ਆਏਗਾ, ਆਓ ਚਲੋ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਅਸੀਂ ਚਰਚਾ ਕਰਦੇ ਹਾਂ। ਦੇਖੋ ਜਿਹੜਾ ਹੁੰਦਾ ਪ੍ਰਜਨਨ ਜਿਹੜਾ ਹੈ ਉਹ 2 ਤਰ੍ਹਾਂ ਦਾ ਹੈ। ਇੱਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਅਸੈਕਸ਼ੁਅਲ ਰੀਪਰੋਡਕਸ਼ਨ, ਜਿਹਦੇ 'ਚ ਕੀ ਹੁੰਦਾ ਕਿ ਇੱਕ ਸਿੰਗਲ ਪੇਰੈਂਟ ਹੀ ਨਵੇਂ ਇੰਡੀਵਿਜੂਅਲਸ ਨੂੰ ਪ੍ਰੋਡਿਊਸ ਕਰਦਾ। ਅਤੇ ਦੂਜਾ ਕਿਹੜਾ ਹੁੰਦਾ ਸੈਕਸ਼ੁਅਲ ਰੀਪਰੋਡਕਸ਼ਨ। ਸੈਕਸ਼ੁਅਲ ਰੀਪਰੋਡਕਸ਼ਨ 'ਚ ਕੀ ਹੁੰਦਾ, ਇਹਦੇ 'ਚ 2 ਪੇਰੈਂਟਸ ਹੁੰਦੇ ਨੇ। ਸੋ ਅਸੈਕਸ਼ੁਅਲ ਰੀਪਰੋਡਕਸ਼ਨ ਦੇ ਅੰਦਰ ਕੀ ਹੈ, ਸਿੰਗਲ ਪੇਰੈਂਟ ਆ। ਆਹ ਜਿਹੜਾ ਸਿੰਗਲ ਪੇਰੈਂਟ ਆ ਇਹਦੇ ਤੋਂ ਗੁਣ ਐਜ਼ ਸੱਚ ਜਿਹੜੇ ਨੇ ਉਹ ਅਗਲੇ ਇੰਡੀਵਿਜੂਅਲਸ 'ਚ ਯਾਨੀ ਕਿ ਬੱਚੇ 'ਚ ਜਾਣੇ ਆ। ਜੇ ਕੋਈ ਵੇਰੀਏਸ਼ਨ ਆਊਗੀ ਅਤੇ ਕਦੋਂ ਆਊਗੀ, ਜਦੋਂ DNA ਦੀ ਕਾਪਿੰਗ ਹੋਣੀ ਹੈ। ਇਹ ਜਿਹੜੀ DNA ਦੀ ਕਾਪਿੰਗ ਹੈ ਇਹਨੂੰ ਅਸੀਂ ਰੈਪਲੀਕੇਸ਼ਨ ਵੀ ਕਹਿੰਦੇ ਹਾਂ। ਯਾਨੀ ਕਿ ਜਦੋਂ ਰੈਪਲੀਕੇਸ਼ਨ ਹੋਣੀ ਹੈ ਉਦੋਂ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਐਰਰ ਆ ਗਿਆ, ਠੀਕ ਹੈ, ਕੋਈ ਮਿਸਟੇਕ ਹੋ ਗਈ, ਤਾਂ ਉਦੋਂ ਕੀ ਹੁੰਦਾ ਜੈਨੇਟਿਕ ਮਟੀਰੀਅਲ ਦੇ ਅੰਦਰ ਚੇਂਜ ਹੋ ਜਾਏਗਾ। ਉਹ ਜਿਹੜਾ ਚੇਂਜ ਹੈ ਉਹ ਅੱਗੇ ਜਾ ਕੇ ਵੇਰੀਏਸ਼ਨਸ ਜਿਹੜੀਆਂ ਨੇ ਉਹ ਕਾਜ਼ ਕਰੇਗਾ। ਸੋ ਵੇਰੀਏਸ਼ਨ ਦਾ ਚਾਂਸ ਬਹੁਤ ਘੱਟ ਹੁੰਦਾ ਇਹ ਸੈਕਸ਼ੁਅਲ ਰੀਪਰੋਡਕਸ਼ਨ 'ਚ। ਜਦੋਂ ਕਿ ਸੈਕਸ਼ੁਅਲ ਰੀਪਰੋਡਕਸ਼ਨ 'ਚ ਕੀ ਹੁੰਦਾ, ਪਹਿਲੀ ਗੱਲ 2 ਪੇਰੈਂਟਸ ਹੁੰਦੇ ਨੇ, ਠੀਕ ਹੈ। ਔਰ ਇਹ ਜਿਹੜੇ 2 ਪੇਰੈਂਟਸ ਨੇ ਜਦੋਂ ਇਹਨਾਂ ਦੇ ਅੰਦਰ ਗੈਮੀਟਸ ਬਣਨੇ ਨੇ, ਯਾਨੀ ਕਿ ਅੰਡਾ ਜਾਂ ਸਪਰਮ ਬਣਨਾ, ਤਾਂ ਕੀ ਹੋਣਾ, ਸੈੱਲ ਡਿਵੀਜ਼ਨ ਹੋਣੀ, ਮਿਓਸਿਸ। ਇਹ ਤੁਸੀਂ 9th ਸਟੈਂਡਰਡ 'ਚ ਪੜ੍ਹੀ ਵੀ ਹੋਈ ਹੈ। ਮਿਓਸਿਸ ਦੇ ਵਿੱਚ ਕੀ ਹੁੰਦਾ, ਕ੍ਰੋਸਿੰਗ ਓਵਰ ਹੁੰਦੀ ਹੈ। ਔਰ ਇਹ ਜਿਹੜੀ ਕ੍ਰੋਸਿੰਗ ਓਵਰ ਹੈ ਇਹਦੇ ਅੰਦਰ ਕਈ ਤਰ੍ਹਾਂ ਦੇ ਨਵੇਂ ਜੈਨੇਟਿਕ ਰੀਕੰਬੀਨੇਸ਼ਨਸ ਬਣਦੇ ਆ। ਫਿਰ ਇਹ ਵੀ ਚਾਂਸ ਫੈਕਟਰ ਹੈ ਕਿ ਕਿਹੜਾ ਮੇਲ ਗੈਮੀਟ ਕਿਹੜੇ ਫੀਮੇਲ ਗੈਮੀਟ ਦੇ ਨਾਲ ਫਰਟੀਲਾਈਜ਼ ਕਰੂਗਾ, ਠੀਕ ਹੈ ਨਾ। ਸੋ ਇਹਦੇ ਉੱਤੇ ਵੀ ਡਿਪੈਂਡ ਕਰੇਗਾ ਵੀ ਅੱਗੇ ਬੱਚੇ ਦੇ ਅੰਦਰ ਕਿਹੜੇ ਜੈਨੇਟਿਕ ਰੀਕੰਬੀਨੇਸ਼ਨਸ ਬਣਨੇ ਆ। ਸੋ ਸੈਕਸ਼ੁਅਲ ਰੀਪਰੋਡਕਸ਼ਨ ਦੇ ਅੰਦਰ ਜੈਨੇਟਿਕ ਰੀਕੰਬੀਨੇਸ਼ਨਸ ਬਣਨ ਦੀ ਜਾਂ ਵੇਰੀਏਸ਼ਨਸ ਕਾਜ਼ ਕਰਨ ਦੀ ਜ਼ਿਆਦਾ ਪੋਸੀਬਿਲਿਟੀ ਹੁੰਦੀ ਹੈ ਐਜ਼ ਕੰਪੇਅਰਡ ਟੂ ਸੈਕਸ਼ੁਅਲ ਰੀਪਰੋਡਕਸ਼ਨ। ਸੋ ਅਸੀਂ ਕਹਿ ਸਕਦੇ ਹਾਂ ਮੋਰ ਵੇਰੀਏਸ਼ਨਸ ਔਰ greater genetic diversity is observed in sexual reproduction as compared to the asexual reproduction। यानी कि sexual reproduction ਦੇ ਅੰਦਰ asexual reproduction ਦੇ ਮੁਕਾਬਲੇ 'ਚ ਕਿਤੇ ਜ਼ਿਆਦਾ variations ਜਾਂ ਕਿਤੇ ਜ਼ਿਆਦਾ diversity ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਦੁਬਾਰਾ ਰਿਵਾਈਜ਼ ਕਰ ਲੈਂਦੇ ਹਾਂ।
ਅਸੈਕਸ਼ੁਅਲ ਰੀਪਰੋਡਕਸ਼ਨ ਦੇ ਅੰਦਰ ਜਿਹੜੇ ਵੀ ਕੋਈ ਵੇਰੀਏਸ਼ਨਸ ਜਾਂ ਬਦਲਾਵ ਆਉਣੇ ਨੇ ਉਹ ਸਿਰਫ ਔਰ ਸਿਰਫ ਇੱਕ ਚਾਂਸ ਫੈਕਟਰ ਹੈ ਕਿ DNA ਕਾਪਿੰਗ ਦੇ ਦੌਰਾਨ ਜੇ ਕੋਈ ਐਰਰ ਹੋਇਆ ਤਾਂ ਵੇਰੀਏਸ਼ਨਸ ਆਉਣਗੀਆਂ, ਅਦਰਵਾਈਜ਼ ਐਜ਼ ਸੱਚ ਪੇਰੈਂਟਸ ਤੋਂ ਕਰੈਕਟਰ ਜਿਹੜੇ ਨੇ ਉਹ ਬੱਚਿਆਂ 'ਚ ਚਲੇ ਜਾਣਗੇ। ਇਸ ਲਈ ਵੇਰੀਏਸ਼ਨਸ ਦੇ ਚਾਂਸਿਸ ਘੱਟ ਹੋਣਗੇ। ਸੈਕਸ਼ੁਅਲ ਰੀਪਰੋਡਕਸ਼ਨ ਦੇ ਅੰਦਰ 2 ਪੇਰੈਂਟਸ ਦਾ ਹੋਣਾ ਔਰ ਮਿਓਸਿਸ ਦੇ ਦੌਰਾਨ ਕ੍ਰੋਸਿੰਗ ਓਵਰ ਹੋਣੀ ਅਤੇ ਗੈਮੀਟਸ ਦੇ ਅੰਦਰ ਨਵੇਂ ਜੈਨੇਟਿਕ ਰੀਕੰਬੀਨੇਸ਼ਨਸ ਦਾ ਬਣਨਾ, ਅਤੇ ਫਿਰ ਫੀਮੇਲ ਗੈਮੀਟ ਅਤੇ ਮੇਲ ਗੈਮੀਟ ਦੀ ਫਿਊਜ਼ਨ ਦੇ ਦੌਰਾਨ ਵੀ ਕਈ ਤਰ੍ਹਾਂ ਦੇ ਜੈਨੇਟਿਕ ਰੀਕੰਬੀਨੇਸ਼ਨਸ ਦਾ ਇਕੱਠੇ ਹੋਣਾ, ਬਹੁਤ ਸਾਰੇ ਫੈਕਟਰ ਹੋ ਜਾਂਦੇ ਨੇ ਜਿਹਦੇ ਕਰਕੇ ਜੈਨੇਟਿਕ ਵੇਰੀਏਸ਼ਨਸ ਆਉਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸੈਕਸ਼ੁਅਲ ਰੀਪਰੋਡਕਸ਼ਨ 'ਚ ਐਜ਼ ਕੰਪੇਅਰ ਟੂ ਅਸੈਕਸ਼ੁਅਲ ਰੀਪਰੋਡਕਸ਼ਨ। ਸੋ ਜੈਨੇਟਿਕਸ ਕੀ ਹੁੰਦੀ ਹੈ? ਦ ਬ੍ਰਾਂਚ ਆਫ ਬਾਇਓਲੋਜੀ ਵਿਚ ਡੀਲਸ ਵਿਦ ਦ ਸਟੱਡੀ ਆਫ ਹੈਰੀਡਿਟੀ ਐਂਡ ਵੇਰੀਏਸ਼ਨਸ ਇਜ਼ ਕਾਲਡ ਜੈਨੇਟਿਕਸ, ਯਾਨੀ ਕਿ ਅਨੁਵੰਸ਼ਿਕਤਾ ਅਤੇ ਜਿਹੜਾ ਬਦਲਾਵ ਹੈ ਇਹਦੇ ਬਾਰੇ ਪੜ੍ਹਨਾ, ਉਸ ਬ੍ਰਾਂਚ ਆਫ ਬਾਇਓ ਨੂੰ ਅਸੀਂ ਕਹਿੰਦੇ ਹਾਂ ਜੈਨੇਟਿਕਸ। ਯਾਨੀ ਕਿ ਅੱਜ ਜਿਹੜਾ ਅਸੀਂ ਕੰਮ ਕਰਦੇ ਪਏ ਹਾਂ, ਅੱਜ ਅਸੀਂ ਜੈਨੇਟਿਕਸ ਹੀ ਕਰ ਰਹੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਗੁਣਾਂ ਦੇ ਬਾਰੇ। ਇੱਕ ਤਾਂ ਗੁਣ ਹੁੰਦੇ ਨੇ ਇਨਹੈਰਿਟਿਡ ਟ੍ਰੇਟਸ, ਜਿਹਨੂੰ ਅਸੀਂ ਕਿ ਜਮਾਂਦਰੂ ਗੁਣ ਵੀ ਕਹਿ ਸਕਦੇ ਹਾਂ। ਇਹ ਕੀ ਹੁੰਦੇ ਨੇ? ਇਹ ਉਹ ਟ੍ਰੇਟਸ ਨੇ ਵਿਚ ਆਰ ਇਨਹੈਰਿਟਿਡ ਫਰੋਮ ਪੇਰੈਂਟਸ ਟੂ ਆਫਸਪ੍ਰਿੰਗਸ, ਯਾਨੀ ਕਿ ਮਾਪਿਆਂ ਤੋਂ ਬੱਚਿਆਂ 'ਚ ਜਾਣ ਵਾਲੇ ਗੁਣ, ਔਰ ਫਰੋਮ ਵਨ ਜਨਰੇਸ਼ਨ ਟੂ ਦ ਨੈਕਸਟ, ਜਾਂ ਕਿ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ 'ਚ ਜਾਣ ਵਾਲੇ ਗੁਣ, ਇਹਨਾਂ ਨੂੰ ਅਸੀਂ ਜਮਾਂਦਰੂ ਗੁਣ ਕਹਿੰਦੇ ਹਾਂ ਜਾਂ ਇਨਹੈਰਿਟਿਡ ਟ੍ਰੇਟਸ ਕਹਿੰਦੇ ਹਾਂ। ਇਹ ਕਿਉਂ ਹੁੰਦੇ ਨੇ? ਦੀਜ਼ ਆਰ ਡਿਊ ਟੂ ਜੈਨੇਟਿਕ ਮੇਕਅਪ ਆਫ ਦਾ ਪ੍ਰੋਜਨੀ, ਯਾਨੀ ਕਿ ਕਿਸੇ ਵੀ ਇੰਡੀਵਿਜੂਅਲ ਦੇ ਅੰਦਰ ਕਿੱਦਾਂ ਦੀਆਂ ਜੀਨਸ ਨੇ, ਕਿੱਦਾਂ ਦਾ ਜੈਨੇਟਿਕ ਮਟੀਰੀਅਲ ਹੈ, ਕਿੱਦਾਂ ਦਾ ਜੈਨੇਟਿਕ ਮੇਕਅਪ ਹੈ, ਇਹ ਇਹਦੇ 'ਤੇ ਡਿਪੈਂਡ ਕਰਦੇ ਨੇ। ਚਲੋ ਹੁਣ ਅਸੀਂ ਡਿਸਕਸ ਕਰਦੇ ਹਾਂ ਇਨਹੈਰਿਟਿਡ ਟ੍ਰੇਟਸ ਐਂਡ ਦ ਵੇਰੀਐਂਟਸ ਇਨ ਹਿਊਮਨ ਪੋਪੂਲੇਸ਼ਨ, ਯਾਨੀ ਕਿ ਜਮਾਂਦਰੂ ਗੁਣ ਅਤੇ ਇਨਸਾਨ ਦੀ ਪ੍ਰਜਾਤੀ 'ਚ ਮਿਲਣ ਵਾਲੇ ਉਹਨਾਂ ਦੇ ਵੇਰੀਐਂਟਸ ਦੇ ਬਾਰੇ। ਅਸੀਂ ਕੁਝ ਜਮਾਂਦਰੂ ਗੁਣਾਂ ਦੀਆਂ ਇਗਜ਼ਾਮਪਲਸ ਲੈਂਦੇ ਹਾਂ। ਜਦੋਂ ਅਸੀਂ ਇਗਜ਼ਾਮਪਲਸ ਲੈ ਕੇ ਪੜ੍ਹਾਂਗੇ ਨਾ, ਫਿਰ ਸਾਨੂੰ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਵੈਸੇ ਤਾਂ ਸਾਡੇ ਅੰਦਰ ਬਹੁਤ ਸਾਰੇ ਅਣਗਿਣਤ ਹੀ ਜਮਾਂਦਰੂ ਗੁਣ ਜਿਹੜੇ ਨੇ ਉਹ ਪੀੜ੍ਹੀ ਦਰ ਪੀੜ੍ਹੀ ਇਨਹੈਰਿਟ ਹੁੰਦੇ ਆ, ਅਤੇ ਫਿਰ ਵੀ ਅਸੀਂ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਸ ਲੈ ਕੇ ਗੱਲ ਕਰਦੇ ਹਾਂ, ਜਿੱਦਾਂ ਕਿ ਈਅਰ ਲੋਬਸ। ਹੁਣ ਇਹ ਕੀ ਹੁੰਦੀਆਂ? ਡਾਇਗਰਾਮ ਦੇਖ ਕੇ ਗੱਲ ਕਰਦੇ ਹਾਂ। ਦੇਖੋ, ਜਿੱਦਾਂ ਕਿ ਆਹ ਸਾਡੇ ਕੰਨ ਦਾ ਜਿਹੜਾ ਬਾਹਰ ਵਾਲਾ ਹਿੱਸਾ ਹੁੰਦਾ ਇਹਨੂੰ ਅਸੀਂ ਪਿੰਨਾ ਕਹਿੰਦੇ ਹਾਂ, ਅਤੇ ਜਿਹੜਾ ਸਾਡਾ ਪਿੰਨਾ ਹੁੰਦਾ ਨਾ, ਇਹਦਾ ਆਹ ਜਿਹੜਾ ਨੀਚੇ ਵਾਲਾ ਹਿੱਸਾ ਹੁੰਦਾ ਇਹਨੂੰ ਅਸੀਂ ਏਅਰ ਲੋਬ ਕਹਿੰਦੇ ਹਾਂ। ਅਤੇ ਇਹ 2 ਤਰ੍ਹਾਂ ਦਾ ਹੋ ਸਕਦਾ। ਦੇਖੋ, ਜੇ ਤਾਂ ਇੱਦਾਂ ਫਰੀਲੀ ਥੱਲੇ ਲਟਕਿਆ ਹੋਵੇ, ਹੈ ਨਾ, ਅਤੇ ਇਹਨੂੰ ਅਸੀਂ ਕੀ ਕਹਿੰਦੇ ਹਾਂ? ਇਹਨੂੰ ਅਸੀਂ ਫਰੀ ਏਅਰ ਲੋਬ ਕਹਿੰਦੇ ਹਾਂ। ਅਤੇ ਜੇ ਜਿਹੜਾ ਸਾਡਾ ਪਿੰਨੇ ਦਾ ਨੀਚੇ ਵਾਲਾ ਹਿੱਸਾ ਸਿੱਧਾ ਹੀ ਜਿਹੜੀ ਸਾਡੀ ਫੇਸ ਦੀ ਸਾਈਡ ਆ ਉਹਦੇ ਨਾਲ ਜੁੜਿਆ ਹੋਵੇ ਤਾਂ ਇਹਨੂੰ ਅਸੀਂ ਫਿਊਜ਼ਡ ਕਹਿੰਦੇ ਹਾਂ। ਸੋ ਹਿਊਮਨ ਪੋਪੂਲੇਸ਼ਨ ਦੇ ਅੰਦਰ ਏਅਰ ਲੋਬ ਜਿਹੜੀਆਂ ਨੇ ਨਾ, ਇਹਦੇ 2 ਵੇਰੀਐਂਟਸ ਮਿਲਦੇ ਨੇ। ਇੱਕ ਤਾਂ ਹੁੰਦੀ ਆ ਫਰੀ ਏਅਰ ਲੋਬ ਅਤੇ ਇੱਕ ਹੁੰਦੀ ਆ ਫਿਊਜ਼ਡ ਏਅਰ ਲੋਬ। ਹੁਣ ਤੁਸੀਂ ਇਹਦੇ ਉੱਤੇ ਬੇਸਡ ਇੱਕ ਐਕਟੀਵਿਟੀ ਵੀ ਕਰਕੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਿਹੜੇ ਪਰਿਵਾਰ ਦੇ ਜੀਅ ਨੇ ਉਹਨਾਂ ਦੀਆਂ ਦੇਖੋ ਏਅਰ ਲੋਬਸ ਕਿੱਦਾਂ ਦੀਆਂ ਨੇ, ਫਰੀ ਨੇ ਕਿ ਫਿਊਜ਼ਡ ਨੇ। ਤੁਹਾਡੇ ਭੈਣ ਭਰਾਵਾਂ ਦੀਆਂ ਕਿੱਦਾਂ ਦੀਆਂ ਨੇ, ਤੁਹਾਡੇ ਨਾਨਾ ਨਾਨੀ, ਦਾਦਾ ਦਾਦੀ, ਮਾਤਾ ਪਿਤਾ, ਸਭ ਦੀਆਂ ਦੇਖੋ ਏਅਰ ਲੋਬਸ ਜਿਹੜੀਆਂ ਨੇ ਫਰੀ ਨੇ ਕਿ ਫਿਊਜ਼ਡ ਨੇ। ਇਸ ਤੋਂ ਇਲਾਵਾ ਤੁਸੀਂ ਆਪਣੀ ਕਲਾਸ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਵੀ ਏਅਰ ਲੋਬਸ ਦੇਖ ਸਕਦੇ ਹੋ ਵੀ ਕਿੰਨੇ ਬੱਚੇ ਨੇ ਜਿਨ੍ਹਾਂ ਦੀਆਂ ਏਅਰ ਲੋਬਸ ਜਿਹੜੀਆਂ ਫਰੀ ਨੇ, ਕਿੰਨਿਆਂ ਦੀਆਂ ਫਿਊਜ਼ਡ ਨੇ। ਸੋ ਏਅਰ ਲੋਬਸ ਜਮਾਂਦਰੂ ਗੁਣ ਹੈ ਜਿਹੜਾ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਟਰਾਂਸਫਰ ਹੁੰਦਾ। ਇਸੇ ਤਰ੍ਹਾਂ ਹੀ ਦੇਖੋ ਵਾਲਾਂ ਦਾ ਰੰਗ, ਇਨਸਾਨ ਦੀ ਪ੍ਰਜਾਤੀ 'ਚ ਕਈ ਤਰ੍ਹਾਂ ਦੇ ਜਿਹੜੇ ਨੇ ਵਾਲਾਂ ਦੇ ਰੰਗ ਮਿਲਦੇ ਆ। ਬਲੈਕ ਹੈ, ਗੋਲਡਨ ਹੈ ਨਾ। ਇਸੇ ਤਰ੍ਹਾਂ ਸਾਨੂੰ ਕਈ ਤਰ੍ਹਾਂ ਦੀਆਂ ਬਰਾਊਨ ਦੀਆਂ ਸ਼ੇਡਸ ਵੀ ਮਿਲ ਜਾਂਦੀਆਂ। ਫਿਰ ਅੱਖਾਂ ਦੇ ਰੰਗ ਵੀ ਕਈ ਤਰ੍ਹਾਂ ਦੇ ਹੁੰਦੇ ਆ, ਬਲੈਕ ਹੈ, ਬਲੂ ਹੈ। ਆਪਣੇ ਇੱਥੇ ਤਾਂ ਜ਼ਿਆਦਾਤਰ ਅੱਖਾਂ ਦਾ ਰੰਗ ਕਿਹੜਾ ਹੁੰਦਾ? ਬਲੈਕ ਜਾਂ ਆਪਾਂ ਕਹਿ ਦਈਏ ਬਰਾਊਨ। ਇਸੇ ਤਰ੍ਹਾਂ ਹੀ ਵਾਲਾਂ ਦੀਆਂ ਵੀ ਕਿਸਮਾਂ ਦੇਖੋ, ਵਾਲ ਸਿੱਧੇ ਸਟਰੇਟ ਵੀ ਹੋ ਸਕਦੇ ਆ ਜਾਂ ਫਿਰ ਘੁੰਗਰਾਲੇ ਜਾਂ ਕਰਲੀ ਵੀ ਹੋ ਸਕਦੇ ਆ। ਫਿਰ ਆਪਾਂ ਗੱਲ ਕਰੀਏ ਹਾਈਟ ਦੀ, ਯਾਨੀ ਕਿ ਕੱਦ। ਇਹਦੇ ਦੇਖੋ ਕਿੰਨੇ ਵੇਰੀਐਂਟਸ ਸਾਨੂੰ ਮਿਲਦੇ ਨੇ। ਕੋਈ ਕਿਸੇ ਦੀ ਛੋਟੀ ਹਾਈਟ ਹੈ, ਕਿਸੇ ਦੀ ਵੱਡੀ ਹਾਈਟ ਹੈ, ਕਿਸੇ ਦੀ ਦਰਮਿਆਨੀ ਹਾਈਟ ਹੈ। ਕਈ ਤਰ੍ਹਾਂ ਦੇ ਵੇਰੀਐਂਟਸ ਜਿਹੜੇ ਨੇ ਇਹ ਸਾਨੂੰ ਹਿਊਮਨ ਪੋਪੂਲੇਸ਼ਨ ਦੇ ਅੰਦਰ ਜਾਂ ਇਨਸਾਨ ਦੀ ਪ੍ਰਜਾਤੀ 'ਚ ਮਿਲਦੇ ਨੇ। ਇਸੇ ਤਰ੍ਹਾਂ ਬਲੱਡ ਗਰੁੱਪ ਦੇ ਬਾਰੇ ਤੁਸੀਂ ਸੁਣਿਆ ਹੋਊਗਾ। ਬਲੱਡ ਗਰੁੱਪ AB, O। ਇਸੇ ਤਰ੍ਹਾਂ ਹੀ ਜਿਹੜਾ RH ਫੈਕਟਰ ਹੁੰਦਾ ਬਲੱਡ ਗਰੁੱਪ ਦਾ, ਜਿਹਨੂੰ ਅਸੀਂ ਪੋਜ਼ੀਟਿਵ ਜਾਂ ਨੈਗੇਟਿਵ ਕਹਿੰਦੇ ਹਾਂ, ਇਹ ਵੀ ਕੀ ਆ? ਇਹ ਵੀ ਇੱਕ ਜਮਾਂਦਰੂ ਗੁਣ ਆ।
ਸੋ ਕਿਸੇ ਦਾ ਵੀ ਬਲੱਡ ਗਰੁੱਪ ਜਿੱਦਾਂ A ਪੋਜ਼ੀਟਿਵ ਹੈ, A ਨੈਗੇਟਿਵ ਹੈ, B ਪੋਜ਼ੀਟਿਵ, B ਨੈਗੇਟਿਵ, O ਪੋਜ਼ੀਟਿਵ, O ਨੈਗੇਟਿਵ, AB ਪੋਜ਼ੀਟਿਵ, AB ਨੈਗੇਟਿਵ, ਇਹ ਬਲੱਡ ਗਰੁੱਪ ਵੀ ਜਮਾਂਦਰੂ ਨੇ ਸਾਨੂੰ ਸਾਡੇ ਪੇਰੈਂਟਸ ਤੋਂ ਇਨਹੈਰਿਟ ਹੁੰਦੇ ਨੇ। ਫਿਰ ਰੰਗਤ, ਕੰਪਲੈਕਸ਼ਨ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਸਾਂਵਲਾ ਹੈ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਨਾ ਕੰਪਲੈਕਸ਼ਨਸ ਜਾਂ ਰੰਗਤਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਹਿਊਮਨ ਪੋਪੂਲੇਸ਼ਨ ਦੇ ਅੰਦਰ। ਇਹ ਵੀ ਜਮਾਂਦਰੂ ਹੈ। ਦੇਖੋ ਕੋਈ ਬਲੈਕ ਹੈ ਤਾਂ ਬਲੈਕ ਦਾ ਬੱਚਾ ਵਾਈਟ ਤਾਂ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਅਗਰ ਪੇਰੈਂਟਸ ਜਿਹੜੇ ਨੇ ਉਹ ਵਾਈਟਸ ਨੇ ਤਾਂ ਫਿਰ ਉਹਨਾਂ ਦਾ ਬੱਚਾ ਵੀ ਬਲੈਕ ਨਹੀਂ ਹੋ ਸਕਦਾ, ਹੈ ਨਾ। ਹੁਣ ਆਪਣੇ ਇੱਥੇ ਜਾਂ ਹੋਰ ਜਿਹੜੀਆਂ ਏਸ਼ੀਅਨ ਕੰਟਰੀਜ਼ ਨੇ ਉਹਨਾਂ ਦੇ ਅੰਦਰ ਬਲੈਕ ਅਤੇ ਵਾਈਟ ਹੀ ਨਹੀਂ, ਸਾਂਵਲੇ ਰੰਗ ਦੀ ਵੀ ਰੰਗਤ ਜਿਹੜੀ ਹੈ ਉਹ ਜ਼ਿਆਦਾਤਰ ਮਿਲਦੀ ਆ। ਸੋ ਕਈ ਸ਼ੇਡਸ ਜਿਹੜੇ ਨੇ ਨਾ ਕੰਪਲੈਕਸ਼ਨ ਦੇ, ਰੰਗਤ ਦੇ, ਉਹ ਹਿਊਮਨ ਪੋਪੂਲੇਸ਼ਨ ਦੇ ਅੰਦਰ ਸਾਨੂੰ ਮਿਲਦੇ ਨੇ। ਸੋ ਇਹ ਹੋ ਗਈਆਂ ਕੁਝ ਐਗਜ਼ਾਮਪਲਸ ਜਮਾਂਦਰੂ ਗੁਣਾਂ ਦੀਆਂ। ਹੁਣ ਅਸੀਂ ਗੱਲ ਕਰਦੇ ਹਾਂ ਐਕਵਾਇਰਡ ਟ੍ਰੇਟਸ ਦੇ ਬਾਰੇ। ਇਹ ਉਹ ਟ੍ਰੇਟਸ ਨੇ, ਉਹ ਗੁਣ ਨੇ ਜਿਹੜੇ ਕਿ ਸਾਨੂੰ ਜਮਾਂਦਰੂ ਜਾਂ ਪੀੜ੍ਹੀ ਦਰ ਪੀੜ੍ਹੀ ਇਨਹੈਰਿਟ ਨਹੀਂ ਹੁੰਦੇ। These traits cannot be passed from parents to offsprings or from one generation to the next, ਯਾਨੀ ਕਿ ਮਾਪਿਆਂ ਤੋਂ ਬੱਚਿਆਂ 'ਚ ਨਹੀਂ ਜਾਂਦੇ ਅਤੇ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ 'ਚ ਨਹੀਂ ਜਾਂਦੇ। ਫਿਰ ਇਹ ਕਿੱਦਾਂ ਆਉਂਦੇ ਨੇ ਕਿਸੇ ਦੇ ਅੰਦਰ? These traits develop during lifetime in response to the environmental conditions, ਯਾਨੀ ਕਿ ਸਾਡੀਆਂ ਇਨਵਾਇਰਨਮੈਂਟਲ ਕੰਡੀਸ਼ਨਸ ਦੇ ਰਿਸਪੌਂਸ ਦੇ ਕਰਕੇ ਸਾਡਾ ਜਿਹੜਾ ਲਾਈਫ ਟਾਈਮ ਹੈ, ਯਾਨੀ ਕਿ ਸਾਡਾ ਜਿਹੜਾ ਜੀਵਨ ਕਾਲ ਹੈ, ਸਾਡੇ ਜੀਵਨ ਕਾਲ ਦੇ ਦੌਰਾਨ ਇਹ ਜਿਹੜੇ ਗੁਣ ਨੇ ਇਹ ਸਾਡੇ ਅੰਦਰ ਵਿਕਸਿਤ ਹੁੰਦੇ ਨੇ। ਸੋ ਅਜਿਹੇ ਗੁਣ ਜਿਹੜੇ ਕਿਸੇ ਜੀਵ ਦੇ ਜੀਵਨ ਕਾਲ ਦੇ ਦੌਰਾਨ ਉਹਦੇ ਅੰਦਰ ਵਿਕਸਿਤ ਹੋਣ, ਨਾ ਕਿ ਉਹਨੂੰ ਆਪਣੇ ਮਾਪਿਆਂ ਤੋਂ ਇਨਹੈਰਿਟ ਹੋਣ, ਤਾਂ ਇਹੋ ਜਿਹੇ ਗੁਣਾਂ ਨੂੰ ਅਸੀਂ ਕੀ ਕਹਿੰਦੇ ਹਾਂ? ਐਕਵਾਇਰਡ ਟ੍ਰੇਟਸ ਕਹਿੰਦੇ ਹਾਂ। ਐਕਵਾਇਰਡ ਟ੍ਰੇਟਸ ਦੀਆਂ ਵੀ ਇੱਕ ਦੋ ਐਗਜ਼ਾਮਪਲਸ ਲੈ ਲੈਂਦੇ ਹਾਂ, ਕਿਉਂਕਿ ਐਗਜ਼ਾਮਪਲਸ ਤੋਂ ਬਿਨਾਂ ਗੱਲ ਕਲੀਅਰ ਨਹੀਂ ਹੁੰਦੀ। ਸੋ ਐਕਵਾਇਰਡ ਟ੍ਰੇਟਸ ਦੀਆਂ ਕਿਹੜੀਆਂ ਐਗਜ਼ਾਮਪਲਸ ਹੋ ਸਕਦੀਆਂ? ਜਿੱਦਾਂ ਕਿ ਮਸਕੂਲਰ ਡਿਵੈਲਪਮੈਂਟ, ਜਿਹਨੂੰ ਅਸੀਂ ਪੰਜਾਬੀ 'ਚ ਕੀ ਕਵਾਂਗੇ? ਮਾਸਪੇਸ਼ੀਆਂ ਦਾ ਵਿਕਾਸ। ਦੇਖੋ ਕੋਈ ਬੋਡੀ ਬਿਲਡਰ ਆ, ਕੋਈ ਭਲਵਾਨ ਆ, ਕੋਈ ਜਿਮ ਜਾਂਦਾ, ਰੋਜ਼ਾਨਾ ਜਿਹੜਾ ਹੈ ਹੈਵੀ ਵੇਟ ਟ੍ਰੇਨਿੰਗ ਕਰਦਾ, ਅਤੇ ਜਿੱਦਾਂ ਜਿੱਦਾਂ ਉਹ ਆਪਣੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਦੀ ਐਕਸਰਸਾਈਜ਼ ਕਰੇਗਾ, ਉਹ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਡਿਵੈਲਪ ਹੁੰਦੀਆਂ ਜਾਣਗੀਆਂ। ਅਤੇ ਅਗਰ ਤੁਸੀਂ ਇਮੈਜਿਨ ਕਰੋ ਵੀ ਇੱਕ ਬੋਡੀ ਬਿਲਡਰ ਟਾਈਪ ਦਾ ਇਨਸਾਨ ਹੈ ਅਤੇ ਇੱਕ ਆਮ ਇਨਸਾਨ ਹੈ ਜਿਹੜਾ ਕਦੀ ਜਿਮ ਨਹੀਂ ਗਿਆ, ਜਿਹਨੇ ਕਦੀ ਕੋਈ ਵੇਟ ਨਹੀਂ ਕੀਤੀ, ਅਤੇ ਤੁਸੀਂ ਉਹਨਾਂ ਦੋਵਾਂ ਦੀਆਂ ਜਿਹੜੀਆਂ ਮਸਲਸ ਨੇ ਉਹਨੂੰ ਕੰਪੇਅਰ ਕਰੋ, ਤੁਹਾਨੂੰ ਸਮਝ ਲੱਗ ਜੂ ਕਿ ਐਕਵਾਇਰਡ ਟ੍ਰੇਟ ਕੀ ਆ। ਇੱਦਾਂ ਤਾਂ ਨਹੀਂ ਹੈਗਾ ਨਾ ਵੀ ਇੱਕ ਪਹਿਲਵਾਨ ਦਾ ਬੱਚਾ ਪਹਿਲਵਾਨ ਹੀ ਹੋਏਗਾ ਇੱਦਾਂ ਨਹੀਂ ਨਾ। ਮਸਕੂਲਰ ਡਿਵੈਲਪਮੈਂਟ ਦੇ ਲਈ ਬੰਦੇ ਨੂੰ ਆਪਣੇ ਜੀਵਨ ਕਾਲ ਦੇ ਦੌਰਾਨ ਜਿਮ 'ਚ ਜਾ ਕੇ ਜਾਂ ਕਿਸੇ ਤਰ੍ਹਾਂ ਦੀਆਂ ਕੋਈ ਹੋਰ ਮਾਸਪੇਸ਼ੀਆਂ ਦੀਆਂ ਜਿਹੜੀਆਂ ਐਕਸਰਸਾਈਜ਼ਸ ਨੇ, ਜਿਹੜੀਆਂ ਕਸਰਤਾਂ ਨੇ, ਉਹ ਕਰਨੀਆਂ ਪੈਣੀਆਂ। ਜਿੱਦਾਂ ਜਿੱਦਾਂ ਮਾਸਪੇਸ਼ੀਆਂ ਦੀਆਂ ਕਸਰਤਾਂ ਨਿਯਮਿਤ ਰੂਪ ਦੇ ਨਾਲ ਕੀਤੀਆਂ ਜਾਣਗੀਆਂ, ਰੈਗੂਲਰਲੀ ਕੀਤੀਆਂ ਜਾਣਗੀਆਂ, ਮਸਲਸ ਡਿਵੈਲਪ ਹੋ ਜਾਣਗੀਆਂ, ਮਾਸਪੇਸ਼ੀਆਂ ਦਾ ਵਿਕਾਸ ਹੋ ਜਾਏਗਾ। ਇਹ ਕੀ ਹੋ ਗਿਆ? ਇਹ ਜੀਵਨ ਕਾਲ ਦੇ ਦੌਰਾਨ ਵਿਕਸਿਤ ਹੋਣ ਵਾਲਾ ਇੱਕ ਟ੍ਰੇਟ ਹੋ ਗਿਆ। ਇਸੇ ਤਰ੍ਹਾਂ ਹੀ ਬੋਰਿੰਗ ਆਫ ਪਿਨਾ ਐਂਡ ਨੋਜ਼, ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਵੀ ਲੇਡੀਜ਼ ਜਿਹੜੀਆਂ ਨੇ ਨਾ ਉਹ ਆਪਣਾ ਨੱਕ ਜਾਂ ਕੰਨ ਜਿਹੜਾ ਉਹ ਵਿਨਵਾ ਲੈਂਦੀਆਂ। ਉਹਦੇ 'ਚ ਕੀ ਹੁੰਦਾ ਵੀ ਜਿੱਦਾਂ ਨੱਕ ਦੇ ਵਿੱਚ ਕੋਈ ਕੋਕਾ ਪਾ ਲਿਆ, ਨੱਥਨੀ ਪਾ ਲਈ, ਜਾਂ ਕੰਨ ਵਿੱਚ ਵਾਲੀਆਂ ਪਾ ਲਈਆਂ, ਟੋਪਸ ਪਾ ਲਏ, ਹੈ ਨਾ। ਇਹ ਜਿਹੜਾ ਨੱਕ ਜਾਂ ਕੰਨ ਹਰ ਇੰਡੀਵਿਜੂਅਲ ਦਾ ਉਹਦੇ ਜੀਵਨ ਕਾਲ ਦੇ ਦੌਰਾਨ ਵਿੰਨਣਾ ਪੈਂਦਾ। ਹੁਣ ਸਾਨੂੰ ਵੀ ਪਤਾ ਵੀ ਸਾਡੀ ਕੰਟਰੀ ਦੇ ਵਿੱਚ ਲੇਡੀਜ਼ ਦਾ ਨੱਕ ਕੰਨ ਵਿੰਨਣ ਦੀ ਜਿਹੜੀ ਪ੍ਰਥਾ ਹੈ ਇਹ ਬਹੁਤ ਸਦੀਆਂ ਤੋਂ ਚੱਲੀ ਆ ਰਹੀ ਆ। ਲੇਕਿਨ ਕਦੀ ਇੱਦਾਂ ਤੁਸੀਂ ਦੇਖਿਆ ਵੀ ਕਿਸੇ ਦੇ ਘਰ ਬੇਟੀ ਨੇ ਜਨਮ ਲਿਆ ਅਤੇ ਉਹ ਜਮਾਂਦਰੂ ਹੀ ਉਹਦੇ ਨੱਕ ਕੰਨ ਵਿੰਨੇ ਹੋਏ ਸੀ, ਵੀ ਉਹਦੀ ਮਦਰ ਦੇ ਵੀ ਵਿੰਨੇ ਸੀ ਅਤੇ ਅੱਗੇ ਬੇਟੀ ਦੇ ਵੀ ਵਿੰਨੇ? ਇੱਦਾਂ ਕਦੀ ਹੋਇਆ? ਕਦੀ ਨਹੀਂ ਨਾ ਹੋਇਆ। ਭਾਵੇਂ ਕਈ ਸਦੀਆਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ ਵੀ ਲੇਡੀਜ਼ ਦੇ ਨੱਕ ਅਤੇ ਕੰਨ ਵਿੰਨੇ ਜਾਂਦੇ ਆ, ਫਿਰ ਵੀ ਅਗਲੇ ਬੱਚੇ ਦੇ ਅੰਦਰ ਜਾਂ ਧੀ ਦੇ ਅੰਦਰ ਉਹਦੇ ਜੀਵਨ ਕਾਲ ਦੇ ਦੌਰਾਨ ਹੀ ਉਹਦੇ ਨੱਕ ਦੀਆਂ ਕੰਨ ਜਿਹੜੇ ਨੇ ਉਹ ਵਿੰਨੇ ਜਾਂਦੇ ਨੇ। ਸੋ ਇਹ ਇੱਕ ਟ੍ਰੇਟ ਜਿਹੜਾ ਕਦੀ ਵੀ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਜਾਂ ਮਾਂ ਤੋਂ ਧੀ 'ਚ ਨਹੀਂ ਜਾ ਰਿਹਾ। ਇਹ ਟ੍ਰੇਟ ਕਿਹੜਾ? ਇਹ ਜੀਵਨ ਕਾਲ ਦੇ ਵਿੱਚ ਐਕਵਾਇਰ ਕੀਤਾ ਜਾ ਰਿਹਾ। ਇਹਨੂੰ ਅਸੀਂ ਕੀ ਕਹਿੰਦੇ ਹਾਂ? ਇਹਨੂੰ ਅਸੀਂ ਐਕਵਾਇਰਡ ਟ੍ਰੇਟ ਕਹਿੰਦੇ ਹਾਂ। ਸੋ ਐਕਵਾਇਰਡ ਅਤੇ ਇਨਹੈਰਿਟਡ ਟ੍ਰੇਟਸ ਦੇ ਵਿੱਚ ਕੀ ਡਿਫਰੈਂਸ ਹੋਇਆ ਫਿਰ? ਵੀ ਜਿਹੜੇ ਜਮਾਂਦਰੂ ਟ੍ਰੇਟਸ ਨੇ ਉਹ ਪੇਰੈਂਟਸ ਤੋਂ ਉਹਨਾਂ ਦੇ ਆਫਸਪ੍ਰਿੰਗਸ ਯਾਨੀ ਕਿ ਮਾਪਿਆਂ ਤੋਂ ਉਹਨਾਂ ਦੇ ਬੱਚਿਆਂ 'ਚ, ਜਾਂ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਯਾਨੀ ਕਿ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ 'ਚ ਜਾਣਗੇ।
ਤੇ ਇਹ ਕਿਉਂ ਹੁੰਦੇ ਨੇ? ਇਹ ਉਹਨਾਂ ਦੇ ਜੈਨੇਟਿਕ ਮੇਕਅਪ ਜਾਂ ਜੀਨਸ ਦੇ ਕਰਕੇ ਹੁੰਦੇ ਨੇ। ਐਕਵਾਇਰਡ ਟ੍ਰੇਟਸ ਕਿਹੜੇ ਹੁੰਦੇ ਨੇ? These traits cannot be passed from parents to offsprings or from one generation to the next। ਯਾਨੀ ਕਿ ਇਹ ਇਹੋ ਜਿਹੇ ਗੁਣ ਨੇ ਜਿਹੜੇ ਕਿ ਮਾਪਿਆਂ ਤੋਂ ਉਹਨਾਂ ਦੇ ਬੱਚਿਆਂ 'ਚ ਜਾਂ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ 'ਚ ਨਹੀਂ ਪਾਸ ਹੋ ਸਕਦੇ। ਇਹ ਜਿਹੜੇ ਟ੍ਰੇਟਸ ਨੇ these develop during ਲਾਈਫ ਟਾਈਮ, ਯਾਨੀ ਕਿ ਕਿਸੇ ਇੰਡੀਵਿਜੂਅਲ ਦੇ ਜੀਵਨ ਕਾਲ ਦੇ ਦੌਰਾਨ ਵਿਕਸਿਤ ਹੁੰਦੇ ਨੇ। ਹੋ ਸਕਦਾ ਵੀ ਇਹ ਜਿਹੜੀਆਂ ਸਾਡੀਆਂ ਐਨਵਾਇਰਨਮੈਂਟਲ ਕੰਡੀਸ਼ਨਸ ਨੇ, ਜਿਹੜੇ ਕਿ ਸਾਡੀਆਂ ਆਸ-ਪਾਸ ਦੀਆਂ ਕੰਡੀਸ਼ਨਸ ਨੇ, ਉਹਦੇ ਰਿਸਪੌਂਸ ਦੇ ਕਰਕੇ ਹੋਣ। ਸੋ ਇਹ ਹੋ ਗਏ ਡਿਫਰੈਂਸਿਸ ਬਿਟਵੀਨ ਇਨਹੈਰਿਟਿਡ ਐਂਡ ਐਕਵਾਇਰਡ ਟ੍ਰੇਟਸ। ਪਹਿਲੇ ਭਾਗ ਵਿੱਚ ਅੱਜ ਲਈ ਇੰਨਾ ਹੀ। ਅਗਲੇ ਭਾਗ ਵਿੱਚ ਹੁਣ ਅਸੀਂ ਇਹ ਦੇਖਾਂਗੇ ਕਿ ਇਹ ਜਿਹੜੇ ਗੁਣ ਨੇ ਉਹ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਪਹੁੰਚਦੇ ਕਿਵੇਂ ਨੇ। ਸੋ ਮਿਲਦੇ ਹਾਂ ਭਾਗ 2 ਦੇ ਵਿੱਚ ਦੁਬਾਰਾ, ਅਤੇ ਇਸ ਚੈਪਟਰ ਨੂੰ ਅੱਗੇ ਪ੍ਰੋਸੀਡ ਕਰਦੇ ਹਾਂ। ਥੈਂਕ ਯੂ ਸੋ ਮਚ।